ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਮਨਪ੍ਰੀਤ ਰੰਧਾਵਾ, ਸੀਨੀਅਰ ਜਰਨਲਿਸਟ। ਮਨਪ੍ਰੀਤ ਜੀ, ਵੈਲਕਮ। ਸ਼ੁਕਰੀਆ ਰੰਧਾਵਾ ਜੀ। ਮਨਪ੍ਰੀਤ ਜੀ, ਪੰਜਾਬ ਦੀ ਸਿਆਸਤ ਦੇ ਵਿੱਚ ਭੁਚਾਲ ਆ ਗਿਆ। ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਪਰਚਾ ਦਰਜ ਹੋਣ ਦੀ ਗੱਲ ਆ ਗਈ ਹੈ। FIR ਦੀ ਕਾਪੀ ਤਾਂ ਭਾਵੇਂ ਬਾਹਰ ਨਹੀਂ ਆਈ, ਲੇਕਿਨ ਨਸ਼ੇ ਨਾਲ ਸੰਬੰਧਿਤ ਧਾਰਾਵਾਂ ਦੇ ਤਹਿਤ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਮੋਹਾਲੀ 'ਚ ਪਰਚਾ ਦਰਜ ਹੋਣ ਦੀ ਗੱਲ ਨਿੱਤਰ ਕੇ ਸਾਹਮਣੇ ਆ ਗਈ। ਮੈਂ ਇੱਥੇ ਜੀ ਤੁਹਾਡੇ ਨਾਲ ਉਹ ਪੁਰਾਣੇ ਤੁਹਾਡੇ ਚੇਤਿਆਂ 'ਚ ਡੁਬਕੀ ਲਾਉਣਾ ਚਾਹੂੰਗਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਹੋਵੇ ਤੇ ਪੁੱਤ ਦਾ ਸਾਲਾ, ਬਹੁਤ ਕਰੀਬੀ ਰਿਸ਼ਤੇਦਾਰੀ ਹੁੰਦੀ ਹੈ, ਹੋਵੇ ਵੀ ਵਜ਼ੀਰ ਔਰ ਵੱਡਾ ਵਜ਼ੀਰ, ਉਹਦਾ ਨਾਂ ਅਚਨਚੇਤ ਇੱਕ ਨਸ਼ੇ ਦੇ ਕੇਸ ਵਿੱਚ ਬੋਲਣਾ ਸ਼ੁਰੂ ਹੋ ਜੇ ਔਰ ਉਸ ਤੋਂ ਬਾਅਦ ਉਸ ਕੇਸ ਨੂੰ ਕਿਸੇ ਲੌਜੀਕਲ ਐਂਡ ਤੱਕ ਨਾ ਲਿਜਾਇਆ ਜਾਵੇ। ਸਰਕਾਰ ਲਗਾਤਾਰ ਚੱਲਦੀ ਰਹਿੰਦੀ ਹੈ ਔਰ ਇੱਕ ਤਲਵਾਰ ਲਟਕਦੀ ਰਹਿੰਦੀ ਆ। ਜੋ ਤਲਵਾਰ ਡਿੱਗ ਪਈ ਆ ਹੁਣ। ਕੀ ਬਿਕਰਮ ਸਿੰਘ ਮਜੀਠੀਆ, ਜਿਹੜੇ ਕਿ ਪਿਛਲੇ ਕੁਝ ਦਿਨਾਂ ਤੋਂ ਸਿਆਸੀ ਦ੍ਰਿਸ਼ ਵਿੱਚੋਂ ਗਾਇਬ ਨੇ, ਰੂਪੋਸ਼ ਨੇ, ਨਦਾਰਦ ਨੇ, ਜੇਕਰ ਅਸੀਂ ਇਹ ਵੇਖਦੇ ਹਾਂ ਕਿ ਪਰਚਾ ਹੋਣ ਤੋਂ ਬਾਅਦ ਬਿਨਾਂ ਕੋਈ ਹਰਾਸਤੀ ਜਾਂਚ ਤੋਂ ਬਾਰੋ ਬਾਰ ਜ਼ਮਾਨਤ ਮਿਲ ਜੂਗੀ? ਕੀ ਉਹਦੇ ਲਈ ਸਾਰੇ ਪ੍ਰਬੰਧ ਮੁਕੰਮਲ ਨੇ? ਕੀ ਹੁਣ ਅਕਾਲੀ ਰਾਜਨੀਤੀ ਇੱਕ ਵਾਰੀ ਫਿਰ ਭੁਚਾਲ ਵੱਲ ਵਧੂਗੀ? ਇੱਕ ਵਾਰੀ ਅਕਾਲੀ ਸੜਕਾਂ ਤੇ ਆਉਣਗੇ? ਇਸ ਵਾਰੀ ਬਿਕਰਮ ਸਿੰਘ ਮਜੀਠੀਆ ਖਿਲਾਫ ਹੋਈ ਕਾਰਵਾਈ ਕੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸ਼ੁਰੂ ਕੀਤੀ ਗਈ ਸੀ, ਕੀ ਅਕਾਲੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸੀ? ਤੁਹਾਨੂੰ ਯਾਦ ਹੋਣਾ, ਜੇ ਇਹਨੂੰ ਸਾਰੀਆਂ ਚੀਜ਼ਾਂ ਨੂੰ ਇਕੱਠਿਆਂ ਕਰਕੇ ਦੇਖੋ ਤੇ ਇੱਕ ਵਿਅਕਤੀ ਦਾ ਉਭਾਰ ਤੇ ਫਿਰ ਉਸ ਵਿਅਕਤੀ ਨਾਲ ਸੰਬੰਧਿਤ ਚੀਜ਼ਾਂ ਦਾ ਇੱਥੋਂ ਤੱਕ ਪਹੁੰਚਣਾ, ਮੈਨੂੰ ਸਾਰੇ ਦ੍ਰਿਸ਼ ਨੂੰ ਜ਼ਰਾ ਘੁਮਾ ਕੇ ਫੜ ਕੇ ਲਿਆਇਓ, ਕਿਉਂਕਿ ਅੱਜ ਵਾਲਾ ਦ੍ਰਿਸ਼ ਸਾਰੇ ਹੀ ਉਹਨੂੰ ਉਵੇਂ ਹੀ ਸਮਝ ਰਹੇ ਜਿਵੇਂ ਉਹ ਪੇਸ਼ ਹੋਇਆ, ਪ੍ਰਸਤੁਤ ਹੋਇਆ, ਜਿਵੇਂ ਤਸਵੀਰ ਬਣੀ। ਕੈਨਵਸ ਤੇ ਉਹੀ ਹੈ ਜੋ ਦਿਸ ਰਿਹਾ, ਲੇਕਿਨ ਕੈਨਵਸ ਦੇ ਪਿੱਛੇ ਤਸਵੀਰ ਬਣਾਉਣ ਵਾਲੇ ਦੀ ਅੰਦਰ ਦੀ ਜਿਹੜੀ ਸਾਈਕੀ ਆ, ਮੈਨੂੰ ਉਹਦੇ ਤੇ ਵੀ ਝਾਤ ਪਵਾਇਓ। ਦੇਖੋ, ਜੇ ਆਪਾਂ ਸ਼ੁਰੂ ਤੋਂ ਲਈਏ, ਕਿਉਂਕਿ ਮੈਂ ਥੋੜਾ ਜਿਹਾ ਵਕਤ ਲਵਾਂਗਾ ਇਹਨੂੰ ਸਮ ਅਪ ਕਰਨ ਦੇ ਵਿੱਚ। ਜਦੋਂ ਪਹਿਲੀ ਵਾਰੀ ਇੱਕ ਸਾਬਕਾ DSP ਜਗਦੀਸ਼ ਸਿੰਘ ਭੋਲਾ ਮੋਹਾਲੀ ਕੋਰਟ ਦੇ ਬਾਹਰ ਜਾਂਦੇ ਜਾਂਦੇ ਪੱਤਰਕਾਰਾਂ ਦੇ ਸਾਹਮਣੇ ਨਾਂ ਲੈ ਲੈਂਦੇ ਆ ਬਿਕਰਮ ਸਿੰਘ ਮਜੀਠੀਆ ਦਾ, ਤੇ ਭੁਚਾਲ ਆ ਜਾਂਦਾ ਜੀ। ਸਾਰੇ ਲੋਕ ਹੱਕੇ ਬੱਕੇ ਰਹਿ ਜਾਂਦੇ ਕਿ ਇਹ ਕੀ ਹੋਇਆ। ਔਰ ਤੁਸੀਂ ਯਾਦ ਕਰੋ, ਸਰਕਾਰ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਗੱਠਜੋੜ ਦੀ ਸਰਕਾਰ ਸੀ। ਉਸ ਤੋਂ ਬਾਅਦ ਮੈਂ ਤੁਹਾਨੂੰ ਥੋੜਾ ਜਿਹਾ ਇਹ ਵੀ ਯਾਦ ਕਰਾਦਾ ਕਿ ਜਗਮੀਤ ਸਿੰਘ ਬਰਾੜ, ਜਿਹੜੇ ਇਸ ਟਾਈਮ ਸ਼੍ਰੋਮਣੀ ਅਕਾਲੀ ਦਲ 'ਚ, ਉਸ ਵੇਲੇ ਕਾਂਗਰਸ ਸੀ। ਤੇ ਇਸੇ ਤਰ੍ਹਾਂ ਪ੍ਰਤਾਪ ਸਿੰਘ ਬਾਜਵਾ, ਇਹ ਹਾਈ ਕੋਰਟ ਦੇ ਵਿੱਚ ਜਾਂਦੇ ਨੇ, ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ, ਤੇ ਇਹ CBI ਦੀ ਡਿਮਾਂਡ ਕਰਦੇ ਆ। ਲੇਕਿਨ ਇਹਨਾਂ ਦੀਆਂ ਐਪਲੀਕੇਸ਼ਨਾਂ, ਅਰਜ਼ੀਆਂ ਨੂੰ ਖਾਰਜ ਕਰ ਦਿੱਤਾ ਜਾਂਦਾ। ਉਹ ਕਹਿੰਦੇ ਤੁਸੀਂ ਇਹ ਪੋਲੀਟੀਕਲ ਮਾਮਲਾ। ਖੈਰ, ਅੱਗੇ ਵੱਧਦੇ ਆ ਆਪਾਂ। ਇਹ ਮਾਮਲਾ ਦਿਨੋ ਦਿਨ ਤੂਲ ਫੜਦਾ ਜਾਂਦਾ। ਅਕਾਲੀ ਦਲ ਦੇ ਉੱਤੇ ਜ਼ੋਰ ਪੈਂਦਾ ਕਿ ਤੁਸੀਂ ਇਹਦੀ ਜਾਂਚ ਕਰਾਓ, ਲੇਕਿਨ ਕਿਉਂਕਿ ਉਹਨਾਂ ਦੀ ਆਪਣੀ ਸਰਕਾਰ ਸੀ, ਜਾਂਚ ਇਸ ਪਾਸੇ ਨਹੀਂ ਹੁੰਦੀ। ਤੇ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਵਿਰੋਧੀ ਧਿਰ ਦੇ ਨੇਤਾ ਸੀ। ਉਹਨਾਂ ਨੂੰ ਵੀ ਕਿਹਾ ਜਾਂਦਾ ਕਿ ਤੁਸੀਂ ਦੱਸੋ ਜੀ, CBI ਦੀ ਜਾਂਚ ਹੋਣੀ ਚਾਹੀਦੀ ਹੈ। ਉਹ ਕਹਿੰਦੇ ਨਹੀਂ, CBI ਦੀ ਜਾਂਚ ਦੀ ਲੋੜ ਨਹੀਂ। ਇਹ ਵੀ ਆਪਾਂ ਕਈ ਵਾਰੀ ਗੱਲ ਕਰ ਚੁੱਕੇ ਹਾਂ। ਉਹ ਕਹਿੰਦੇ ਪੰਜਾਬ ਪੁਲਿਸ ਦੀ ਜਿਹੜੀ ਆ ਉਹ ਜਾਂਚ ਹੋਊਗੀ। ਇਹ ਲਗਾਤਾਰ ਜਦੋਂ ਮਾਮਲਾ, ਤੇ ਇਸੇ ਦੌਰਾਨ ਬਿਕਰਮ ਸਿੰਘ ਮਜੀਠੀਆ ਵੀ ਉਹਨਾਂ ਹਾਈ ਕੋਰਟ ਦੇ ਉਹਨਾਂ ਫੈਸਲਿਆਂ ਦਾ ਹਵਾਲਾ ਦੇ ਕੇ ਕਹਿੰਦੇ ਆ ਕਿ ਦੇਖੋ, ਉਹਨਾਂ ਨੇ ਵੀ ਮੈਨੂੰ ਇੱਕ ਤਰ੍ਹਾਂ ਦੀ ਕਲੀਨ ਚਿੱਟ ਦੇ ਦਿੱਤੀ ਆ। ਉਹ ਆਪਣੀ ਉਹਨਾਂ ਦੀ ਇੰਟਰਪ੍ਰੀਟੇਸ਼ਨ ਸੀ। ਹੁਣ ਅੱਗੇ ਆ ਜਾਈਏ। ਇਹ ਮਾਮਲਾ ਜਦੋਂ ਫਿਰ ਤੋਂ ਦੁਬਾਰਾ ਕਾਂਗਰਸ ਦੀ ਸਰਕਾਰ ਆਉਂਦੀ ਹੈ, ਔਰ ਕਾਂਗਰਸ ਦੀ ਸਰਕਾਰ ਆਉਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਤਮਾਮ ਤਰ੍ਹਾਂ ਦੇ ਦਾਅਵੇ ਕਰਦੇ ਆ। ਇੱਥੋਂ ਤੱਕ ਉਹ ਆਪਣੀਆਂ ਪੋਲੀਟੀਕਲ ਰੈਲੀ 'ਚ ਕਹਿੰਦੇ ਆ ਕਿ ਮੈਂ ਤਾਂ ਬਿਕਰਮ ਸਿੰਘ ਮਜੀਠੀਆ ਨੂੰ ਫੜ ਕੇ ਜੇਲ੍ਹ 'ਚ ਬੰਦ ਕਰ ਦੂੰ। ਖੈਰ, ਸਮਾਂ ਆਉਂਦਾ, ਇਹੋ ਜਿਹੀ ਕੋਈ ਤਹਿਕੀਕਾਤ ਨਹੀਂ ਹੁੰਦੀ, ਬਲਕਿ ਜਿਹੜੀ ਤਹਿਕੀਕਾਤ ਕੁੰਵਰ ਵਿਜੇ ਪ੍ਰਤਾਪ ਸਿੰਘ ਬਤੌਰ IG ਕਰਦੇ ਨੇ, ਉਹ ਵੀ ਹਾਈ ਕੋਰਟ ਚਲਾ ਕੇ ਬਾਹਰ ਸੁੱਟ ਦਿੰਦਾ। ਉਹ ਕਹਿੰਦੇ ਕਿ ਸਾਰੇ ਦਾ ਸਾਰਾ ਤੁਸੀਂ ਪੋਲੀਟੀਕਲ ਮਸਲਾ ਬਣਾ ਕੇ ਰੱਖਤਾ। ਉਸ ਕੁੰਵਰ ਵਿਜੇ, ਉਹ ਬੇਅਦਬੀ ਵਾਲਾ ਮਾਮਲਾ, ਇਹ ਆਪਾਂ ਨਸ਼ੇ ਦੀ ਗੱਲ ਕਰ ਰਹੇ ਹਾਂ। ਮੈਂ ਮਾਫੀ ਚਾਹੁੰਦਾ, ਇਹਦੇ ਵਿੱਚ ਮਨਪ੍ਰੀਤ ਜੀ ਨੇ ਕੋਈ ਗੱਲ ਨਹੀਂ, ਕਿਸੇ ਵੇਲੇ ਸਕਿਪ ਹੋ ਜਾਂਦੀਆਂ ਚੀਜ਼ਾਂ। ਇਸੇ ਮਾਮਲੇ 'ਚ ED ਇੱਕ ਜਾਂਚ ਸ਼ੁਰੂ ਕਰਦੀ ਹੈ। ਉਦੋਂ ਦੇ ਵੱਡੇ ਅਧਿਕਾਰੀ ਨਿਰੰਜਨ ਸਿੰਘ ਦੇ ਕਈ ਤਬਾਦਲੇ ਹੁੰਦੇ ਆ, ਔਰ ਉਹਨਾਂ ਕੋਲ ਜਿਹੜੇ ਉਪਲਬਧ ਦਸਤਾਵੇਜ਼ ਆ, ਜਿਹੜੇ ਮਾਣਯੋਗ ਉੱਚ ਅਦਾਲਤ 'ਚ ਵੱਖ-ਵੱਖ ਮੌਕਿਆਂ ਦੇ ਉੱਤੇ ਜਮ੍ਹਾਂ ਕਰਵਾਏ ਗਏ, ਉਹ ਬੋਲਦੇ ਨੇ ਕਿ ਇਹਦੇ ਵਿੱਚ ਸਿਆਸੀ ਦਖਲਅੰਦਾਜ਼ੀ ਹੁੰਦੀ ਰਹੀ। ਮੈਂ ਸਿਰਫ ਇਹਦੀ ਬੁਨਿਆਦ ਤੇ ਆ ਰਿਹਾ ਸੀਗਾ ਕਿ ਜੇ ਅੱਜ ਕੋਈ FIR ਹੋਊਗੀ, ਅੱਜ ਜੇਕਰ ਕੋਈ ਇਨਵੈਸਟੀਗੇਸ਼ਨ ਲਈ ਰਾਹ ਪੱਧਰਾ ਕਰ ਲਿਆ ਗਿਆ, ਤਾਂ ਇਹ ਉਹਨਾਂ ਦਿਨਾਂ 'ਚ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ, ਉਹਨਾਂ ਦਿਨਾਂ ਦੀ ਘੜੀ ਹੋਈ ਬੁਨਿਆਦ ਆ। ਮੈਂ ਬੁਨਿਆਦ ਘੜਨ ਦੇ ਸਮੇਂ ਦੀ ਚੋਣ ਦੀ ਗੱਲ ਕਰੂੰਗਾ, ਤੇ ਫਿਰ ਉਹ ਤਲਵਾਰ ਲਟਕਾ ਕੇ ਰੱਖੀ ਜਾਂਦੀ ਆ ਅੱਜ ਤੱਕ। ਸਿਆਸਤ ਦੇ ਵਿੱਚ ਇੰਜ ਵੀ ਵਾਪਰਦਾ ਹੈ
ਇੱਕ ਤਲਵਾਰ ਇੱਕ ਵਿਅਕਤੀ ਤੇ ਲਗਾਤਾਰ ਲਟਕ ਰਹੀ ਹੈ, ਜਿਹੜਾ ਬਹੁਤ ਖਾਹਿਸ਼ੀ ਵੀ ਹੈ, ਜਿਹੜਾ ਨੌਜਵਾਨ ਵੀ ਹੈ, ਜਿਹਦੇ ਪਿੱਛੇ ਬਹੁਤ ਸਾਰੇ ਨੌਜਵਾਨ ਲੱਗਦੇ ਵੀ ਹੈ, ਜਿਹੜਾ ਪਾਵਰ ਨੂੰ ਕਿਵੇਂ ਅੱਗੇ ਲੈ ਕੇ ਜਾਣਾ ਉਹਨੂੰ ਪਤਾ ਹੈ, ਲੇਕਿਨ ਜਿਹਦੇ ਬਾਰੇ ਪਰਿਵਾਰਕ ਤੌਰ ਤੇ ਮੰਨਿਆ ਜਾਂਦਾ ਕਿ ਉਹ ਬੜੇ ਗੁਰਸਿੱਖ ਨੇ, ਘਰ ਦੇ ਵਿੱਚ ਲਗਾਤਾਰ ਨਿਤਨੇਮ ਹੁੰਦਾ, ਬਾਣੀ ਦਾ ਪਾਠ ਚੱਲਦਾ, ਜਿਹੜੇ ਨਸ਼ੇ ਦੇ ਲਾਗੇ ਵੀ ਨਹੀਂ ਜਾਂਦੇ, ਇਹ ਆਮ ਤੌਰ ਤੇ ਅਕਾਲੀ ਦਲ ਚੋਂ ਗੱਲ ਬਾਹਰ ਆਉਂਦੀ ਹੈ। ਉਹ ਵਿਅਕਤੀ ਨਸ਼ੇ ਦੇ ਵਿੱਚ, ਔਰ ਉਹ ਇੱਕ ਵਾਰੀ ਆਪਣੀ ਅੱਖਾਂ ਚੋਂ ਅਥਰੂ ਵੀ ਕੱਢਦਾ ਹੈ ਵਿਧਾਨ ਸਭਾ 'ਚ ਕਿ ਮੈਨੂੰ ਪਤਾ ਮੈਂ ਆਪਣੇ ਮਾਂ-ਬਾਪ ਨੂੰ ਫੇਸ ਕਿਵੇਂ ਕੀਤਾ ਹੈ। ਸੋ ਇਹ ਸਾਰੀ ਕਵਾਇਦ ਨੂੰ ਮੈਂ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਵੇਖਣਾ ਚਾਹ ਰਿਹਾ ਕਿ ਅੱਜ ਜੋ ਹੋਇਆ ਇਹਦੇ ਨਾਲ ਕਾਂਗਰਸੀਆਂ ਦੇ ਵੱਡੇ ਬਿਆਨ ਆ ਰਿਹਾ ਕਿ ਉਹਨਾਂ ਮਾਵਾਂ ਨੂੰ ਇਨਸਾਫ ਮਿਲ ਰਿਹਾ। ਇੱਕ ਕਮਲਜੀਤ ਸਿੰਘ ਬਰਾੜ ਇੱਕ ਟੀਵੀ ਚੈਨਲ ਤੇ ਬੋਲ ਰਹੇ ਸੀਗੇ, ਕਾਂਗਰਸ ਦੇ ਸਪੋਕਸਪਰਸਨ ਨੇ, ਉਹ ਕਹਿੰਦੇ ਜੀ ਉਹਨਾਂ ਮਾਵਾਂ ਨੂੰ ਇਨਸਾਫ ਮਿਲਿਆ ਜਿਨ੍ਹਾਂ ਦੇ ਪੁੱਤ ਨਸ਼ੇ ਦੀ ਭੇਂਟ ਹੋ ਗਏ। ਵਿਰਸਾ ਸਿੰਘ ਵਲਟੋਆ ਆਪਣਾ ਪੱਖ ਪੇਸ਼ ਕਰ ਰਿਹਾ। ਅਕਾਲੀ ਆਗੂ ਬਹੁਤ ਭੜਕੇ ਹੋਇਆ, ਨੋ ਡਾਊਟ ਇੱਕ ਹੈਵੀ ਵੇਟ ਆਗੂ ਨੇ ਅਕਾਲੀ ਦਲ ਦੇ। ਮੈਂ ਹੁਣ ਤੁਹਾਡੇ ਤੋਂ ਪੁੱਛਣਾ ਹੈ, ਅਕਾਲੀ ਸਰਕਾਰ ਸਮੇਂ ਦੀ ਬੁਨਿਆਦ ਨੇ ਹੁਣ ਸਰੂਪ ਲੈ ਲਿਆ, ਉਹ ਸਾਰੀ ਗੱਲ ਨੂੰ ਜ਼ਰੂਰ ਦੱਸਿਓ। ਉਹ ਮੈਂ ਜ਼ਰੂਰ ਦੱਸੂਗਾ। ਤੁਸੀਂ ਨਿਰੰਜਨ ਸਿੰਘ ਹੋਣਾ ਦੀ ਗੱਲ ਕੀਤੀ, ਜਿਹੜੇ ਐਨਫੋਰਸਮੈਂਟ ਡਾਇਰੈਕਟੋਰੇਟ ਨਾਲ ਜੁੜੇ ਰਹੇ ਆ, ਉਹਨਾਂ ਦੀ ਜਾਂਚ ਹੋਈ। ਉਸ ਤੋਂ ਬਾਅਦ ਮੈਂ ਤੁਹਾਨੂੰ ਹਰਪ੍ਰੀਤ ਸਿੰਘ ਸਿੱਧੂ ਹੋਣਾ ਦੀ ਵੀ ਇੱਕ ਟਾਸਕ ਫੋਰਸ ਬਣੀ ਸੀ, ਸਪੈਸ਼ਲ ਟਾਸਕ ਫੋਰਸ, ਉਹ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਬਣਾਈ ਸੀ। ਉਹ ਤੁਸੀਂ ਦੇਖੋ ਅੱਜ ਤੱਕ ਕਿਸੇ ਨਤੀਜੇ ਤੇ ਨਹੀਂ ਪਹੁੰਚੀ ਆ। ਇਸੇ ਤਰ੍ਹਾਂ ਜਿਹੜੇ ਇਸ ਟਾਈਮ ਦੇ ਮੌਜੂਦਾ ਸਾਡੇ ਡੀਜੀਪੀ ਨੇ ਸਿਧਾਰਥ ਚਟੋਪਾਧਿਆਏ, ਇਹਨਾਂ ਨੇ ਵੀ ਇੱਕ ਜਾਂਚ ਆਰੰਭ ਕੀਤੀ। ਸੋ ਤਮਾਮ ਤਰ੍ਹਾਂ ਦੀਆਂ ਜਾਂਚਾਂ ਆਰੰਭ ਹੋਈਆਂ ਹੁਣੇ ਪਿਛਲੇ ਦਿਨਾਂ ਦੇ ਵਿੱਚ। ਮੈਂ ਕਿਉਂਕਿ ਇਸ ਸੰਦਰਭ ਜੋੜਨਾ ਚਾਹੁੰਦਾ, ਪਿਛਲੇ ਦਿਨਾਂ ਦੇ ਵਿੱਚ 6, 7, 8 ਤੇ 9 ਦਸੰਬਰ ਨੂੰ ਹਾਈ ਕੋਰਟ ਦੇ ਵਿੱਚ ਜਦੋਂ ਮਾਮਲਾ ਹੁੰਦਾ, ਬਿਕਰਮ ਸਿੰਘ ਮਜੀਠੀਆ ਉਸ ਤੋਂ ਪਹਿਲਾਂ ਅਰਜੀ ਲਾ ਕੇ ਆਪ ਚਲੇ ਜਾਂਦੇ ਨੇ ਕਿ ਮੈਨੂੰ ਧਿਰ ਬਣਾਇਆ ਜਾਵੇ ਤਾਂ ਕਿ ਮੇਰੀ ਵੀ ਗੱਲ ਸੁਣੀ ਜਾਵੇ। ਮੇਰੇ ਤੇ ਬਹੁਤ ਤਰ੍ਹਾਂ ਦੇ ਦੋਸ਼ ਆ, ਮੈਂ ਸਾਫ਼ ਸਫਾਈ ਦੇਣਾ ਚਾਹੁੰਦਾ। ਤੇ ਹਾਈ ਕੋਰਟ ਕਹਿੰਦੀ ਹੈ ਕਿ ਤੁਹਾਨੂੰ ਲੋੜ ਨਹੀਂ, ਤੁਹਾਨੂੰ ਡਰ ਕਿਸ ਚੀਜ਼ ਦਾ, ਤੁਸੀਂ ਕਿਉਂ ਆਪ ਵਿੱਚ ਇਹਦੀ ਪਾਰਟੀ ਬਣਦੇ ਹੋ। ਇੱਥੋਂ ਤੱਕ ਇਹ ਮਾਮਲਾ ਆ ਚੁੱਕਾ। ਹੁਣ ਆਪਾਂ ਅੱਗੇ ਵਧਦੇ ਹਾਂ ਜਿੱਥੋਂ ਤੱਕ ਸਿਆਸਤ ਦੀ ਗੱਲ ਆ। ਪਿਛਲੇ ਦਿਨਾਂ ਦੇ ਦੌਰਾਨ ਲਗਾਤਾਰ ਤੁਸੀਂ ਦੇਖੋ ਰੰਧਾਵਾ ਜੀ, ਪਿਛਲੇ ਦਿਨਾਂ ਦੇ ਦੌਰਾਨ ਲਗਾਤਾਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ, ਵਿੱਚੇ ਬਿਕਰਮ ਸਿੰਘ ਮਜੀਠੀਆ, ਚਾਹੇ ਡਾਕਟਰ ਦਲਜੀਤ ਸਿੰਘ ਚੀਮਾ, ਮਹੇਸ਼ਿੰਦਰ ਸਿੰਘ ਗਰੇਵਾਲ, ਚਾਹੇ ਪ੍ਰੇਮ ਸਿੰਘ ਚੰਦੂ, ਇਹ ਸਾਰੇ ਹੀ ਪ੍ਰੇਮ ਸਿੰਘ ਚੰਦੂ ਮਾਜਰਾ, ਸਾਰੇ ਲਗਾਤਾਰ ਪ੍ਰੈਸ ਕਾਨਫਰੰਸਾਂ ਕਰ ਰਹੇ ਨੇ ਕਿ ਸਾਨੂੰ ਡਰ ਆ ਕਿ ਸਾਡੇ ਆਗੂਆਂ ਨੂੰ ਜਾਂ ਕਿਸੇ ਐਸੇ ਵਿਅਕਤੀ ਨੂੰ ਫੜ ਕੇ ਕਾਂਗਰਸ ਅੰਦਰ ਦੇਣ ਦੀ ਤਿਆਰੀ 'ਚ ਆ। ਗੁਪਤ ਮੀਟਿੰਗਾਂ ਕਰ ਰਹੀਆਂ, ਕਈ ਤਰ੍ਹਾਂ ਦੀਆਂ ਗੁਪਤ ਮੀਟਿੰਗਾਂ ਦੇ ਉਹਨਾਂ ਨੇ ਹਵਾਲੇ ਵੀ ਦਿੱਤੇ। ਵੈਸੇ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਉਹਨਾਂ ਨੂੰ ਗੁਪਤ ਮੀਟਿੰਗਾਂ ਕਰਨ ਦੀ ਲੋੜ ਨਹੀਂ ਹੁੰਦੀ, ਉਹ ਕੋਈ ਵੀ ਮੀਟਿੰਗ ਕਰ ਸਕਦੇ। ਜਿੱਥੇ ਅਫਸਰ ਬਹਿ ਜਾਣ, ਸਰਕਾਰ ਬਹਿ ਜੇ, ਉਹ ਗੁਪਤ ਨਹੀਂ ਹੋ ਸਕਦੀ, ਚਾਹੇ ਉਹ 에ਅਰਪੋਰਟ ਤੇ ਕਰ ਲਓ, ਚਾਹੇ ਲੌਬੀ 'ਚ ਕਰ ਲਓ, ਤੇ ਚਾਹੇ ਉਹ ਦਫ਼ਤਰ 'ਚ ਕਰ ਲਓ। ਖੈਰ ਉਹਨਾਂ ਦੇ ਖਦਸ਼ੇ ਆਪਣੀ ਜਗ੍ਹਾ ਤੇ ਹੋਣਗੇ, ਲੇਕਿਨ ਇਸ ਜਿਹੜੇ ਲੋਕ ਇਹ ਕਹਿ ਰਹੇ ਆ ਕਿ ਇਹ ਕੇਸ ਦਰਜ ਹੋ ਕੇ ਇਨਸਾਫ ਮਿਲ ਗਿਆ, ਮੈਨੂੰ ਲੱਗਦਾ ਉਹ ਵੀ ਬਹੁਤ ਜ਼ਿਆਦਾ ਜਿਹੜੇ ਜਲਦਬਾਜ਼ੀ 'ਚ ਆ। ਕੱਲੀ FIR ਹੋਣ ਨਾਲ ਹੀ ਸਾਰਾ ਕੁਝ ਨਹੀਂ ਹੋ ਜਾਂਦਾ ਹੁੰਦਾ, ਕੇਸ ਦਰਜ ਹੋਣ ਨਾਲ ਸਾਰਾ ਕੁਝ ਨਹੀਂ ਹੋ ਜਾਣਾ, ਉਸ ਤੇ ਤਹਿਕੀਕਾਤ ਵੀ ਹੁੰਦੀ ਆ। ਅਸੀਂ ਇਸੇ ਕਰਕੇ ਗੱਲ ਕਰਦੇ ਹਾਂ ਜਦੋਂ ਪੰਜਾਬ ਪੁਲਿਸ ਦੀ ਅਸੀਂ ਕੰਪੀਟੈਂਸ ਤੇ, ਉਹਦੀ ਕਾਬਲੀਅਤ ਤੇ, ਉਹਦੀ ਸਲਾਹੀਅਤ ਤੇ ਗੱਲ ਕਰਦੇ ਹਾਂ ਕਿ ਉਹਨਾਂ ਨੇ ਇਹ ਜਾਂਚ ਕਰਨੀ ਸੀ, ਔਰ ਪਹਿਲੀਆਂ ਜਿਹੜੀਆਂ ਜਾਂਚਾਂ ਉਹ ਕਿਸੇ ਮੁਕੰਮਲ ਕਿਸੇ ਨਤੀਜੇ ਤੇ ਨਹੀਂ ਪਹੁੰਚੀਆਂ। ਸੋ ਗੱਲ ਤਾਂ ਠੀਕ ਆ, ਤੁਸੀਂ ਇੱਕ FIR ਕਾਹਲੀ 'ਚ ਕਰ ਲਈ ਹੋਵੇ, ਜਲਦਬਾਜ਼ੀ 'ਚ ਕਰ ਲਈ ਹੋਵੇ, ਜਾਂ ਕੀ ਇਹਦੇ ਪਿੱਛੇ ਤੁਹਾਡਾ ਜਿਹੜਾ ਪਿਛੋਕੜ ਰਿਹਾ, ਲੇਕਿਨ ਕੀ ਇਹ ਜਾਂਚ ਕਿਸੇ ਨਤੀਜੇ ਤੇ ਪਹੁੰਚੂਗੀ? ਸਾਡਾ ਸਭ ਤੋਂ ਵੱਡਾ ਤਾਂ ਸਵਾਲ ਇਹ ਆ, ਕਿਉਂਕਿ ਤੁਹਾਡੇ ਕੋਲ ਤਾਂ ਸਮਾਂ ਰਹਿ ਹੀ ਨਹੀਂ ਗਿਆ ਜੀ। ਰੰਧਾਵਾ ਮਨਪ੍ਰੀਤ ਜੀ, ਇਹ ਸੱਚ ਹੈ ਕਿ ਜਦੋਂ ਵੀ ਵਿਕਸਿਤ ਦੇਸ਼ਾਂ ਦੇ ਵਿੱਚ ਕਿਸੇ ਦੇ ਖਿਲਾਫ ਕੋਈ ਮੁੱਢਲੀ ਮਤਲਬ ਸ਼ਿਕਾਇਤ ਹੁੰਦੀ ਹੈ ਜਾਂ ਮੁੱਢਲੇ ਤੌਰ ਤੇ ਕੋਈ ਤੱਥ ਪਾਏ ਜਾਂਦੇ ਆ, ਤਾਂ ਉਹਨੂੰ ਫਰਦਰ ਇਨਵੈਸਟੀਗੇਟ ਕਰਕੇ ਕੋਰਟ ਦੇ ਵਿੱਚ ਪ੍ਰੋਡਿਊਸ ਕਰਨ ਤੋਂ ਪਹਿਲਾਂ ਉਹ ਦਸਤਾਵੇਜ਼ ਸੰਭਾਲ ਲਏ ਜਾਂਦੇ ਤਾਂ ਕਿ ਉਹ ਕੇਸ ਸਿਰੇ ਤੱਕ ਲਿਜਾਇਆ ਜਾਵੇ। ਸਾਡੇ ਉਲਟਾ ਹੁੰਦਾ, ਪਹਿਲਾਂ ਬੰਦਾ ਫੜ ਲਿਆ ਜਾਂਦਾ, ਫਿਰ ਉਹਦੇ ਤੋਂ ਦਸਤਾਵੇਜ਼ ਇਕੱਠੇ ਕੀਤੇ ਜਾਂਦੇ। ਖੈਰ ਇਹ ਵੀ ਇੱਕ ਤਰੀਕਾ ਹੈ, ਆਪਣਾ ਤਰੀਕਾ ਹੈ, ਪਰ ਇਹ ਬੜਾ ਵੱਡਾ ਸਵਾਲ ਹੈ ਕਿ ਇਹਦਾ ਆਧਾਰ ਕੀ ਬਣਾਇਆ ਗਿਆ, ਇਹਦੇ ਲਈ ਉਹਨਾਂ ਕੋਲ ਦਸਤਾਵੇਜ਼ੀ ਸਬੂਤ ਕੀ ਨੇ, ਔਰ ਹਿਰਾਸਤੀ ਪੁੱਛਗਿੱਛ ਦੀ ਜੇ ਅੱਗੇ ਗੱਲ ਚੱਲਦੀ ਹੈ ਵੀ ਸਾਨੂੰ ਚਾਹੀਦੀ ਹੈ ਜੀ ਅਰੈਸਟ ਚਾਹੀਦੀ ਹੈ, ਇਹ ਸਾਰੀਆਂ ਚੀਜ਼ਾਂ ਤੋਂ ਪਹਿਲਾਂ ਕੀ ਮਾਣਯੋਗ ਉੱਚ ਅਦਾਲਤ ਜਾਂ ਕੋਈ ਹੋਰ ਅਦਾਲਤ ਜਿਨ੍ਹਾਂ ਦੇ ਵਿੱਚ ਆਲਰੇਡੀ ਇਹ ਕੇਸ ਚੱਲ ਰਿਹਾ, ਜਿੱਥੇ ਖਦਸ਼ਾ ਮਜੀਠੀਆ ਵੱਲੋਂ ਪ੍ਰਗਟ ਕੀਤਾ ਗਿਆ ਸੀ ਕਿ ਮੈਨੂੰ ਸ਼ਾਮਲ ਕਰੋ ਜੀ, ਮੇਰਾ ਨਾਂ ਲੈ ਰਹੇ ਨੇ, ਇਹ ਸਿਆਸਤ ਹੋ ਰਹੀ ਹੈ, ਇਹੀ ਗੱਲ ਹੋ ਰਹੀ ਸੀਗੀ। ਸੋ ਕੀ ਇਹਨੂੰ ਸਿਆਸੀ ਕੇਸ ਸਮਝ ਕੇ ਅਗਾਊਂ ਜ਼ਮਾਨਤ ਮਿਲ ਜਾਊ, ਔਰ ਥੋੜੀ ਦੇਰ ਤੱਕ ਸ਼ਾਇਦ ਉਹ ਮਾਮਲਾ ਹਾਈ ਕੋਰਟ ਦੇ ਵਿੱਚ ਸ਼ਾਇਦ ਚਲੇ ਵੀ ਜਾਵੇ, ਲੱਗ ਵੀ ਜਾਵੇ, ਕੱਲ ਸੁਣਵਾਈ ਹੋਵੇ ਅੱਜ, ਔਰ ਹੁਣ ਤੱਕ ਬਿਕਰਮ ਸਿੰਘ ਮਜੀਠੀਆ ਕਿਧਰੇ ਵੀ ਸਾਹਮਣੇ ਨਜ਼ਰ ਨਹੀਂ ਆ ਰਹੇ। ਸਵਾਲ ਤਾਂ ਇਹ ਆ ਕਿ ਕੀ ਇਹ ਕੇਸ ਇੱਕ ਸਜਾਵਟੀ ਦਿਖਾਵਟੀ ਮਸਲਾ ਬਣ ਕੇ ਰਹਿ ਜਾਊਗਾ?
ਕਿ ਬਿਕਰਮ ਸਿੰਘ ਮਜੀਠੀਆ ਦਾ ਸਿਆਸੀ ਕੈਰੀਅਰ ਇਸ ਕੇਸ ਦਰਜ ਹੋਣ ਤੋਂ ਬਾਅਦ ਪੰਗੇ 'ਚ ਆਉਂਦਾ ਹੈ ਜਾਂ ਇਹਨੂੰ ਰੱਦ ਕਰਤਾ ਜਾਊਗਾ ਅਗਲੀ ਸਰਕਾਰ ਆਉਣ ਤੇ? ਇਹ ਵੀ ਵੱਡੇ ਸਵਾਲ ਆ। ਜ਼ਮਾਨਤ ਕਿਸ ਆਧਾਰ ਤੇ ਮਿਲ ਜੂ, ਤੁਰੰਤ ਮਿਲ ਵੀ ਜਾਊ ਕਿ ਨਹੀਂ? ਕੀ ਸਰਕਾਰ ਵੀ ਉੱਥੇ ਜਾ ਕੇ ਪਲੀ ਲਊਗੀ ਕਿ ਤੁਸੀਂ ਜਿਹੜੀ ਗੱਲ 'ਚ ਕਹਿ ਰਹੇ ਸੀ ਕਿ ਸਰਕਾਰ ਸੁੱਤੀ ਹੈ, ਜੇ ਸਰਕਾਰ ਅੱਗੇ ਵਧੀ ਹੈ ਤੇ ਸਾਨੂੰ ਸੁਣ ਲਓ, ਤੁਸੀਂ ਜ਼ਮਾਨਤ ਨਾ ਦਿਓ? ਇਹ ਗੱਲਾਂ ਅੱਗੇ ਜਾ ਕੇ ਹੋਣਗੀਆਂ। ਪਰ ਵੱਡੀ ਗੱਲ ਆ ਕਿ ਇਸ ਚੀਜ਼ ਦਾ ਅਕਾਲੀ ਦਲ ਨੂੰ ਫਾਇਦਾ ਕਿ ਨੁਕਸਾਨ? ਕਿਉਂਕਿ ਪਿਛਲੇ ਸਮਿਆਂ 'ਚ ਜਦੋਂ ਜਦੋਂ ਅਕਾਲੀ ਲੀਡਰਾਂ ਨੂੰ ਹੱਥ ਪਾਇਆ ਗਿਆ, ਉੱਥੋਂ ਰੌਲਾ ਤੇ ਜੋਸ਼ ਵਧਿਆ। ਐਤਕੀ ਦ੍ਰਿਸ਼ ਕੁਝ ਹੋਰ ਤਰ੍ਹਾਂ ਦਾ। ਮੈਨੂੰ ਇਹ ਸਾਰੀ ਚੀਜ਼ਾਂ ਨੂੰ ਵੀ ਦੱਸਿਓ ਜ਼ਰਾ। ਪਹਿਲੀ ਗੱਲ ਤਾਂ ਇਹ ਕਿ ਬਿਕਰਮ ਮਜੀਠੀਆ ਨੂੰ ਤੁਰੰਤ ਰਾਹਤ ਮਿਲ ਸਕਦੀ ਹੈ, ਔਰ ਉਹਦੇ ਲਈ ਅੱਸੇ ਪੈੜੇ ਵੱਟ ਵੀ ਲੈ ਗਏ ਹੋਣਗੇ, ਕੀ ਕਹਿੰਦੇ ਹੋ? ਬਿਲਕੁਲ, ਜੋ ਮੈਨੂੰ ਲੱਗਦਾ ਜੀ, ਬਿਕਰਮ ਸਿੰਘ ਮਜੀਠੀਆ ਨੂੰ ਬਿਲਕੁਲ ਰਾਹਤ ਮਿਲ ਸਕਦੀ ਹੈ, ਕਿਉਂਕਿ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਦਾ ਹਜੇ ਤੱਕ ਜੋ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ, ਜੋ ਕਿਰਦਾਰ ਰਿਹਾ ਪਹਿਲੀਆਂ ਜਾਂਚਾਂ ਦਾ, ਉਹ ਕਿਸੇ ਨਤੀਜੇ ਤੱਕ ਨਹੀਂ ਪਹੁੰਚੀਆਂ। ਮੈਂ ਦੁਬਾਰਾ ਜ਼ਿਕਰ ਕਰਨਾ ਚਾਹੂੰਗਾ STF ਦਾ, ਸਪੈਸ਼ਲ ਟਾਸਕ ਫੋਰਸ, ਜੋ ਸਨ 2018 ਦੀ ਉਹ ਬਣੀ ਹੋਈ ਆ, ਕਿ ਉਸਨੇ ਕਦੇ ਬੁਲਾ ਕੇ, ਜੇ ਉਹਨੂੰ ਕਿਸੇ ਤਰ੍ਹਾਂ ਦਾ ਕੋਈ ਸ਼ੱਕ ਸ਼ੁਬਾ ਸੀ, ਉਸਨੇ ਬੁਲਾ ਕੇ ਬਿਕਰਮ ਸਿੰਘ ਮਜੀਠੀਆ ਦੀ ਕੋਈ ਪੁੱਛਗਿੱਛ ਕੀਤੀ? ਤੇ ਫਿਰ ਸਤੀਸ਼ ਕੁਮਾਰ ਅਸਥਾਨਾ ਆਪਣੇ ਇੱਕ ਜਿਹੜੀ ਲੀਕ ਹੋਏ ਪੇਜਿਸ ਦੇ ਵਿੱਚ ਕਹਿੰਦੇ ਆ ਕਿ ਉਹਨਾਂ ਨੂੰ ਤਾਂ ਬਣਾਉਣਾ ਹੀ ਨਹੀਂ ਸੀ ਚਾਹੀਦਾ, ਹਰਪ੍ਰੀਤ ਸਿੰਘ ਸਿੱਧੂ ਨੂੰ ਟਾਸਕ ਫੋਰਸ ਦਾ ਹੈਡ, ਕਿਉਂਕਿ ਉਹਨਾਂ ਦੇ ਪਰਿਵਾਰਕ ਸੰਬੰਧ ਆ। ਇਹ ਸਾਰਾ ਜਿਹੜਾ ਮਾਮਲਾ, ਜੇ ਤੁਸੀਂ ਦੇਖਿਆ ਜਾਵੇ ਰੰਧਾਵਾ ਸਾਹਿਬ, ਇੰਨਾ ਕਿ ਰਲਗੱਡ ਹੋ ਚੁੱਕਿਆ, ਇੰਨਾ ਕਿ ਕਨਫਿਊਜ਼ ਕਰ ਦਿੱਤਾ ਗਿਆ। ਇਸ ਚੀਜ਼ ਦਾ ਫਾਇਦਾ ਜਿਹੜਾ ਬਿਕਰਮ ਸਿੰਘ ਮਜੀਠੀਆ ਉਹ ਜ਼ਰੂਰ ਉਠਾਉਣਗੇ ਆਪਣੇ ਆਉਣ ਵਾਲੇ ਦਿਨਾਂ ਦੇ ਵਿੱਚ। ਇਸੇ ਕਰਕੇ ਉਹ ਹਾਈ ਕੋਰਟ 'ਚ ਗਏ ਆ ਕਿ ਮੈਨੂੰ ਧਿਰ ਬਣਾਓ, ਕੱਲੇ ਦੂਸਰੀਆਂ ਧਿਰਾਂ ਨੂੰ ਸੁਣ ਕੇ ਤੁਸੀਂ ਫੈਸਲਾ ਨਾ। ਔਰ ਜਿਹੜੀ ਤੁਸੀਂ ਗੱਲ ਕਹੀ ਆ, ਜਿਹੜੀ ਸਰਕਾਰ ਨੂੰ ਹਾਈ ਕੋਰਟ ਨੇ ਕਿਹਾ ਸੀ ਕਿ ਤੁਸੀਂ ਤਾਂ ਸੁੱਤੇ ਪਏ ਸੀ, ਤੁਸੀਂ ਤਾਂ ਸੁਸਤ ਸੀ, ਤੁਸੀਂ ਤਾਂ ਕੋਈ ਕਾਰਵਾਈ ਨਹੀਂ ਕੀਤੀ, ਅਸੀਂ ਨਾ ਤੁਹਾਨੂੰ ਰੋਕਿਆ, ਨਾ ਅਸੀਂ ਪੰਜਾਬ ਸਰਕਾਰ ਨੂੰ ਰੋਕਿਆ, ਨਾ ਕਿਸੇ STF ਨੂੰ ਰੋਕਿਆ। ਔਰ ਖੁਦ ਹੋਮ ਡਿਪਾਰਟਮੈਂਟ ਪੰਜਾਬ ਦਾ ਉਹ ਵੀ ਕਹਿ ਰਿਹਾ, ਅਨੁਰਾਗ ਅਗਰਵਾਲ ਆਪਣੀ ਕਿੰਨੀਆਂ ਚਿੱਠੀਆਂ ਲਿਖਦੇ ਆ ਹਰਪ੍ਰੀਤ ਸਿੰਘ ਸਿੱਧੂ ਨੂੰ, ਲੇਕਿਨ ਉਹ ਕੋਈ ਜਵਾਬ ਨਹੀਂ ਦਿੰਦੇ। ਜੇ ਜਵਾਬ ਦਿੰਦੇ ਤਾਂ ਸਾਨੂੰ ਉਹਦਾ ਪਤਾ ਨਹੀਂ ਕੀ ਜਵਾਬ ਦਿੱਤਾ। ਕਹਿਣ ਦਾ ਮਤਲਬ ਹੈ ਜਿਹੜੀਆਂ ਪਹਿਲੀਆਂ ਜਾਂਚਾਂ ਹੋਈਆਂ ਜਾਂ ਹੁਣ ਦੀਆਂ, ਉਹਨਾਂ ਦਾ ਹਵਾਲਾ ਵੀ ਬਿਕਰਮ ਸਿੰਘ ਮਜੀਠੀਆ ਕੋਰਟ 'ਚ ਦੇ ਸਕਦੇ ਆ ਕਿ ਜੇ ਇਹਨਾਂ ਕੋਲੇ 5 ਸਾਲਾਂ ਤੱਕ ਕੋਈ ਸਬੂਤ ਹੈ ਤਾਂ ਸਬੂਤ ਪੇਸ਼ ਕਰੋ। ਆਪਣੀਆਂ ਪ੍ਰੈਸ ਕਾਨਫਰੰਸਿਸ ਦੇ ਵਿੱਚ ਵੀ ਉਹਨਾਂ ਨੇ ਕਈ ਵਾਰੀ ਗੱਲ ਕਹੀ ਆ, ਕੱਲੇ ਉਹਨਾਂ ਨੇ ਨਹੀਂ ਕਹੀ, ਸੁਖਬੀਰ ਸਿੰਘ ਬਾਦਲ ਹੋਣਾ ਨੇ ਵੀ ਕਹੀ ਆ। ਉਹਨਾਂ ਨੇ ਤਾਂ ਇੱਥੋਂ ਤੱਕ ਕਿਹਾ ਕਿ ਸਾਨੂੰ ਸਬੂਤ ਦਿਓ ਤੇ ਅਸੀਂ ਆਪ ਆ ਜਾਂਦੇ ਆ, ਸਾਨੂੰ ਫੜ ਲਓ, ਸਾਡੀ ਪੁੱਛਗਿੱਛ ਕੀਤੀ ਜਾਵੇ। ਸੋ ਕਹਿਣ ਦਾ ਮਤਲਬ ਕਿ ਖਾਲੀ ਸਿਰਫ ਇਹਨੂੰ ਸਿਆਸੀ ਮਸਲਾ ਬਣਾਉਣਾ ਔਰ ਲੋਕਾਂ ਸਾਹਮਣੇ ਪੇਸ਼ ਕਰਨਾ ਕਿ ਦੇਖੋ ਜੀ ਅਸੀਂ ਕੇਸ ਦਰਜ ਕਰਤਾ, ਦੇਖੋ ਜੀ ਅਸੀਂ ਬਿਕਰਮ ਸਿੰਘ ਮਜੀਠੀਆ, ਮੈਨੂੰ ਲੱਗਦਾ ਇਹਦੇ ਨਾਲ ਗੱਲ ਨਹੀਂ ਬਣਨੀ। ਨਹੀਂ, ਪਰ ਜਿਹੜੀ ਤੁਸੀਂ ਹਰਪ੍ਰੀਤ ਸਿੰਘ ਸਿੱਧੂ ਦੀ ਜਿਹੜੀ ਗੱਲ ਕਰ ਰਹੇ ਹੋ ਮਨਪ੍ਰੀਤ ਜੀ, ਹਰਪ੍ਰੀਤ ਸਿੰਘ ਸਿੱਧੂ ਤੁਹਾਨੂੰ ਪਤਾ ਹੋਣਾ ਕਿ ਅਚਨਚੇਤ ਛੁੱਟੀ ਤੇ ਚਲੇ ਜਾਂਦੇ ਆ, ਉਹਨਾਂ ਨੂੰ ਉਸ ਅਹੁਦੇ ਤੋਂ ਵੱਖ ਕਰਤਾ ਜਾਂਦਾ। ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਉਂਦੀ ਹੈ, ਉਸੇ ਵੇਲੇ ਹਰਪ੍ਰੀਤ ਸਿੰਘ ਸਿੱਧੂ ਲਿਆਂਦੇ ਗਏ ਸੀ, ਔਰ ਉਹ ਬੜੇ ਡੈਕੋਰੇਟਡ ਪੁਲਿਸ ਅਫਸਰ ਵਜੋਂ ਲਿਆਂਦੇ ਗਏ ਸੀਗੇ, ਔਰ ਨਾਲ ਦੀ ਨਾਲ ਉਹਨਾਂ ਨੂੰ ਸਿੱਧਾ ਰਿਪੋਰਟ ਜਿਹੜਾ ਮੁੱਖ ਮੰਤਰੀ ਦਫ਼ਤਰ ਨੂੰ ਕਰਨ ਲਈ ਕਿਹਾ ਗਿਆ ਸੀ, DGP ਦੇ ਥੱਲੇ ਨਹੀਂ ਸੀ ਆਉਂਦੇ। ਤੇ ਫਿਰ ਉਹ ਬੜੇ ਗੈਰ ਵਿਹਾਰਕ ਜਿਹੇ ਤਰੀਕੇ ਨਾਲ ਦ੍ਰਿਸ਼ ਵਿੱਚੋਂ ਅਲੋਪ ਹੋ ਗਏ। ਹੁਣ ਇਸ ਵੇਲੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਹਰਪ੍ਰੀਤ ਸਿੰਘ ਸਿੱਧੂ ਵਾਲੇ ਜਾਂਚ ਜਿਹੜੀ ਉਹਨਾਂ ਨੇ ਕੀਤੀ ED ਦੇ ਦਸਤਾਵੇਜ਼ਾਂ ਦੇ ਆਧਾਰ ਤੇ, ਕੀ ਉਹਦੇ ਆਧਾਰ ਦੇ ਉੱਤੇ ਹੀ ਪਰਚਾ ਦਰਜ ਹੋਇਆ? FIR ਜਿਹੜੀ ਉਸੇ ਆਧਾਰ ਤੇ ਹੋਈ ਹੈ? ਜੇ ਹੋਈ ਹੈ ਤੇ ਉਹਦੇ ਵਿੱਚ ਐਸੇ ਕਿਹੜੇ ਪੁਆਇੰਟ ਆ? ਕਿਉਂਕਿ ਹਾਈ ਕੋਰਟ ਨੇ ਕਹਿ ਵੀ ਦਿੱਤਾ, ਲੇਕਿਨ ਅਜੇ ਤੱਕ ਉਹ ਦਸਤਾਵੇਜ਼ ਜਿਹੜੇ ਸੀਲਬੰਦ ਲਿਫਾਫਿਆਂ 'ਚ ਆ ਉਹ ਜਨਤਕ ਨਹੀਂ ਸੀ ਕੀਤੇ ਗਏ। ਮੈਨੂੰ ਹੁਣ ਇਹ ਦੱਸਿਓ ਕਿ ਕੀ ਆਧਾਰ ਉਹੀ ਰਹਿਣਗੇ ਜੀ? ਦੇਖੋ, ਇਹ ਸਾਰਾ ਕੁਝ ਦੇਖਣਾ ਪੈਣਾ ਕਿ ਜਿਹੜੇ ਲਿਫਾਫੇ ਜਿਨ੍ਹਾਂ ਦੀ ਗੱਲ ਕਰਦੇ ਆ, ਦੇਖੋ ਨਾ ਤਾਂ ਪੰਜਾਬ ਸਰਕਾਰ ਨੂੰ ਰੋਕਿਆ ਗਿਆ ਸੀ ਕਿ ਤੁਸੀਂ ਲਿਫਾਫੇ ਨਹੀਂ ਖੋਲਣੇ, ਤੇ ਨਾ ਹੀ ਹਜੇ ਤੱਕ ਇਸ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਕੋਈ ਹਾਈ ਕੋਰਟ ਵੱਲੋਂ ਰੋਕ ਸੀ। ਹੁਣ ਕੀ ਉਹਨਾਂ ਨੂੰ ਪੜ੍ਹ ਕੇ ਜਾਂ ਕਿਸ ਉਹ ਜਾਂਚ ਨੂੰ ਅੱਗੇ ਵਧਾ ਕੇ, ਕਿਉਂਕਿ ਹਜੇ ਤੱਕ ਇਹਨਾਂ ਚੀਜ਼ਾਂ ਨੂੰ ਜਨਤਕ ਨਹੀਂ ਕੀਤਾ ਗਿਆ, ਕੀ ਨਿਰੰਜਨ ਸਿੰਘ ਹੋਣਾ ਦੀ ਜਿਹੜੀ ਆਪਣੀ ਇਨਕੁਆਇਰੀ ਸੀ, ਹਾਲਾਂਕਿ ਉਹਦੇ ਕੁਝ ਦਸਤਾਵੇਜ਼ ਹੌਲੀ ਹੌਲੀ ਕਰਕੇ ਜਾਂ ਜਿਹੜੇ ਕਹਿੰਦੇ ਥੋੜੇ ਥੋੜੇ ਬਿਟਸ ਐਂਡ ਪੀਸਿਸ ਦੇ ਵਿੱਚ ਬਾਹਰ ਆਉਂਦੇ ਆ, ਪੂਰੇ ਬਾਹਰ ਨਹੀਂ ਆਉਂਦੇ, ਕੀ ਉਸ ਆਧਾਰ ਤੇ ਹੋਏ ਆ? ਕੀ ਹਰਪ੍ਰੀਤ ਸਿੰਘ ਸਿੱਧੂ ਹੋਣਾ ਦੀ ਜਿਹੜੀ ਜਾਂਚ ਆ ਉਸ ਆਧਾਰ ਤੇ ਹੋਏ? ਇਹੀ ਤਾਂ ਸਾਰੇ ਪੁੱਛਦੇ ਸੀ ਕਿ ਕੀ ਇਹਦੇ ਵਿੱਚ ਹੋਰ ਜਾਂਚ ਦੀ ਲੋੜ ਆ ਜਾਂ ਜਾਂਚ ਤੁਸੀਂ ਮੁਕੰਮਲ ਕਰ ਲਈ ਆ, ਕੀ ਤੁਸੀਂ ਕੋਈ ਵੱਡੀ ਛੋਟੀ ਮੱਛੀ ਕੋਈ ਫੜੀ ਆ? ਇਹ ਗੱਲਾਂ ਤਾਂ ਸਾਰੇ ਪੁੱਛਦੇ ਸੀ। ਹੁਣ ਸਡਨਲੀ ਸਾਨੂੰ ਅੱਜ ਇਹ ਪਤਾ ਲੱਗਦਾ ਕਿ ਇੱਕੋਦਮ ਕੇਸ ਰਜਿਸਟਰ ਹੋ ਗਿਆ। ਦੇਖੋ, ਇੱਕ ਗੱਲ ਮੈਂ ਹੋਰ ਇਹ ਕਹਿਣਾ ਚਾਹੁੰਦਾ, ਪਿਛਲੇ ਦਿਨਾਂ ਦੇ ਵਿੱਚ 28 ਨਵੰਬਰ ਨੂੰ ਜਦੋਂ ਸੁਖਜਿੰਦਰ ਸਿੰਘ ਰੰਧਾਵਾ ਨੇ ਇੱਕ ਹਾਈ ਪਾਵਰਡ ਕਮੇਟੀ 3 ਮੈਂਬਰੀ ਬਣਾਈ ਸੀ ਤੇ ਸਾਨੂੰ ਕਿਹਾ ਸੀ 1 ਹਫ਼ਤੇ ਦੇ ਵਿੱਚ ਰਿਪੋਰਟ ਦੇ ਦਿਓ। ਹਾਲਾਂਕਿ ਇਹ ਰਿਪੋਰਟ ਹੋ ਸਕਦਾ ਜਨਤਕ ਨਾ ਹੋਈ ਹੋਵੇ, ਹੋ ਸਕਦਾ ਉਹਨਾਂ ਨੇ ਇਹ ਸਾਰੇ ਸੀਲਡ ਕਵਰ ਜਿਹੜੇ ਲਿਫਾਫੇ ਆ
ਉਹਨਾਂ ਚੋਂ ਪੜ੍ਹ ਕੇ ਜਾਂ ਸਾਰੀ ਜਾਂਚ ਨੂੰ ਦੇਖ ਕੇ ਇਹਨਾਂ ਨੂੰ ਸੁਝਾਅ ਦਿੱਤਾ ਹੋਵੇ ਕਿ ਇਹ 'ਚ ਕੇਸ ਬਣਦਾ। ਕਿਉਂਕਿ ਜਿੰਨੀ ਦੇਰ ਤੱਕ ਸਰਕਾਰ ਅੱਗੇ ਆ ਕੇ ਕੋਈ ਪ੍ਰੈਸ ਕਾਨਫਰੰਸ ਕਰਕੇ ਪੱਤਰਕਾਰਾਂ ਦੇ ਜਾਂ ਸਾਰੇ ਜਨਤਕ ਇਹ ਗੱਲ ਨਹੀਂ ਕਰਦੀ ਕਿ ਕਿਸ ਆਧਾਰ ਤੇ ਉਹਨਾਂ ਨੂੰ ਕਿਹੜੇ ਫਰੈਸ਼ ਜਿਹੜੇ ਸਬੂਤ ਮਿਲੇ ਆ, ਕਿਹੜੇ ਨਵੇਂ ਸਬੂਤ ਮਿਲੇ ਆ, ਉਨੀ ਦੇਰ ਤੱਕ ਇਹਨਾਂ ਚੀਜ਼ਾਂ ਬਾਰੇ ਕਹਿਣਾ ਮੁਸ਼ਕਲ ਆ। ਲੇਕਿਨ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਸਰਕਾਰ ਨੂੰ ਇਹ ਗੱਲ ਜਨਤਕ ਕਰਨੀ ਪੈਣੀ ਹੈ, ਲੋਕਾਂ ਦੇ ਸਾਹਮਣੇ ਇਹ ਸਾਰਾ ਕੁਝ ਲਿਆਉਣਾ ਪੈਣਾ। ਜੀ ਰੰਧਾਵਾ ਜੀ। ਬਿਲਕੁਲ ਬਿਲਕੁਲ, ਜਦੋਂ ਹੁਣ ਕੱਲ ਔਰ 2 ਦਿਨ 3 ਦਿਨ ਚ ਬੇਅਦਬੀ ਦੀਆਂ ਘਟਨਾਵਾਂ ਨੇ ਬਹੁਤ ਤੇਜ਼ੀ ਨਾਲ ਜ਼ੋਰ ਫੜ ਲਿਆ ਔਰ ਲਗਾਤਾਰ ਸਰਕਾਰ ਦੀ ਕਿਰਕਿਰੀ ਹੋ ਰਹੀ ਸੀ, ਇਸ ਮੌਕੇ ਤੇ ਇਸ ਕੇਸ ਨੂੰ ਅੱਗੇ ਵਧਾਉਣ ਨਾਲ ਕੀ ਉਹ ਪੁਰਾਣੀਆਂ ਖਬਰਾਂ ਸਾਰੀਆਂ ਦੀਆਂ ਸਾਰੀਆਂ ਨੱਪੀਆਂ ਜਾਣਗੀਆਂ? ਇਹਦੇ ਨਾਲ ਸਿਆਸਤ ਦੇ ਉੱਤੇ ਕਿੰਨਾ ਕੁ ਅਸਰ ਪਏਗਾ? ਕੀ ਅਕਾਲੀਆਂ ਨੂੰ ਇੱਕ ਵਾਰੀ ਮੁੜ ਕੇ ਆਪਣੇ ਵਰਕਰਸ ਨੂੰ ਖੜਾ ਕਰਨ ਦਾ ਮੌਕਾ ਮਿਲੂਗਾ? ਕਿਸ ਪੱਧਰ ਤੇ ਉਹ ਲੜਾਈ ਲੜਨਗੇ? ਜਰਾ ਇਹ ਵੀ ਸਿਆਸੀ ਦ੍ਰਿਸ਼ਟੀਕੋਣ ਵੀ ਦੱਸਿਓ। ਦੇਖੋ, ਅਕਾਲੀ ਦਲ ਇਹ ਤੇ ਬਹੁਤ ਅੱਗੇ ਵੱਧ ਕੇ ਤੇ ਬਹੁਤ ਜ਼ਿਆਦਾ ਜਿਹੜੀ ਮੁੱਖੜ ਆਪਣੀ ਲੜਾਈ ਉਹ ਲੜੂਗਾ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਬਹੁਤ ਜ਼ੋਰ ਦੇ ਨਾਲ ਉਹ ਅੱਗੇ ਵਧੂਗਾ ਕਿਉਂਕਿ ਉਹ ਚੁੱਪ ਕਰਕੇ ਬੈਠ ਨਹੀਂ ਸਕਦੇ, ਨਾ ਹੀ ਉਹਨਾਂ ਨੂੰ ਇਹ ਚੀਜ਼ ਵਾਰਾ ਖਾਂਦੀ ਹੈ। ਉਹ ਅੱਜ ਦੇ ਨਹੀਂ, ਉਹ ਬੜੇ ਦਿਨਾਂ ਦੇ ਇਸ ਗੱਲ ਤੇ ਬੜੇ ਭੜਕੇ ਹੋਏ ਨੇ, ਬਾਰ-ਬਾਰ ਪ੍ਰੈਸ ਕਾਨਫਰੰਸ ਕਰਦੇ। ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਉਹ ਸਰਕਾਰ ਦੀਆਂ ਇਹਨਾਂ ਬੈਠਕਾਂ ਨੂੰ ਸਾਜ਼ਿਸ਼ ਦਾ ਨਾਂ ਦਿੰਦੇ ਆ ਕਿ ਸਾਡੇ ਖਿਲਾਫ ਸਾਜ਼ਿਸ਼ ਕਰ ਰਹੇ ਨੇ। ਕੁਛ ਜਿਹੜੇ ਅਫਸਰ ਨੇ ਉਹਨਾਂ ਦੀ ਬਾਹ ਮਰੋੜੀ ਜਾ ਰਹੀ ਆ। ਤੁਹਾਨੂੰ ਪਤਾ ਕਿ ਕਿਸ ਤਰ੍ਹਾਂ ਅਫਸਰ ਸਤੀਸ਼ ਕੁਮਾਰ ਅਸਥਾਨਾ, ਉਹ ਬਿਮਾਰੀ ਕਹਿੰਦੇ ਆ ਕਿ ਮੈਂ ਬਿਮਾਰ ਹੋ ਗਿਆ, ਉਹ ਹਸਪਤਾਲ ਜਾ ਕੇ ਐਡਮਿਟ ਹੋ ਜਾਂਦੇ ਨੇ। ਇਸੇ ਤਰ੍ਹਾਂ ਉਸ ਤੋਂ ਪਹਿਲਾਂ ਵਰਿੰਦਰ ਕੁਮਾਰ ਜੀ ਸਨ, ਉਹ ਵੀ ਜਿਹੜਾ ਉਹਨਾਂ ਨੂੰ ਉੱਥੋਂ ਹਟਾ ਦਿੱਤਾ ਜਾਂਦਾ, ਅਰਪਿਤ ਸ਼ੁਕਲਾ ਜੀ ਨੂੰ ਹਟਾ ਦਿੱਤਾ ਜਾਂਦਾ। ਉਸ ਤੋਂ ਬਾਅਦ ਗੌਤਮ ਚੀਮਾ ਦੀ ਗੱਲ ਚੱਲਦੀ ਆ, ਉਹ ਵੀ ਇੱਕ ਤਰ੍ਹਾਂ ਹੱਥ ਖੜੇ ਕਰ ਦਿੱਤੇ ਜਾਂਦੇ ਆ ਉਹਨਾਂ ਵੱਲੋਂ। ਸੋ ਇਹ ਸਾਰੇ ਅਫਸਰ ਚਲੇ ਜਾਂਦੇ ਆ ਤੇ ਫਿਰ ਅਕਾਲੀ ਦਲ ਤਾਂ ਫਿਰ ਇਹ ਕਹਿ ਹੀ ਰਿਹਾ ਕਿ ਜਿਹੜੇ ਅਫਸਰ ਆ, ਜਿਹੜੇ ਪੁਲਿਸ ਅਫਸਰ ਆ, ਉਹਨਾਂ ਦੀ ਬਾਹ ਮਰੋੜੀ ਜਾ ਰਹੀ ਆ। ਸੋ ਲਗਾਤਾਰ ਮੈਨੂੰ ਲੱਗਦਾ ਹੋਰ ਤਾਕਤ ਦੇ ਨਾਲ ਅਕਾਲੀ ਦਲ ਇਸ ਨੂੰ ਵੰਗਾਰੇਗਾ। ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਬਹੁਤ ਸਾਰੇ ਧਰਨੇ ਪ੍ਰਦਰਸ਼ਨ ਦੇਖ ਸਕਦੇ ਹਾਂ, ਬਹੁਤ ਸਾਰੀਆਂ ਪ੍ਰੈਸ ਕਾਨਫਰੰਸਿਸ ਦੇਖ ਸਕਦੇ ਹਾਂ। ਇਹ ਆਪਸ ਦੇ ਵਿੱਚ ਇੱਕ ਗੱਲ ਤੁਹਾਡੀ ਬਿਲਕੁਲ ਠੀਕ ਆ ਕਿ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਇੱਕ ਨੈਰੇਟਿਵ ਚਲਾ ਗਿਆ ਸੀਗਾ ਬੇਅਦਬੀ ਦੇ ਮਾਮਲਿਆਂ ਤੇ, ਬਹੁਤ ਸਾਰੇ ਇੱਕੋਦਮ ਮਾਮਲੇ ਆ ਗਏ ਸੀ। ਹੁਣ ਦੁਬਾਰਾ ਜਿਹੜਾ ਫੋਕਸ ਆ ਇਹਨਾਂ ਚੀਜ਼ਾਂ ਤੇ ਆਊਗਾ। ਕਈ ਵਾਰੀ ਸਰਕਾਰਾਂ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੀਆਂ ਕਿ ਜਿਹੜਾ ਨੈਰੇਟਿਵ ਆ ਇੱਕ ਚੀਜ਼ ਤੋਂ, ਇੱਕ ਇਸ਼ੂ ਤੋਂ ਫੋਕਸ ਨੂੰ ਹਟਾ ਕੇ ਦੂਸਰੇ ਇਸ਼ੂ ਵੱਲ ਕਰ ਦਿੱਤਾ ਜਾਵੇ। ਇਹ ਜ਼ਰੂਰ ਹੋਏਗਾ, ਲੇਕਿਨ ਜਿਹੜੀ ਸੱਤਾ ਜਿਹੜੀ ਆ, ਜਿਹੜੀ ਸਿਆਸਤ ਆ, ਮਾਫ ਕਰਨਾ, ਉਹ ਬਹੁਤ ਭਖ ਜੇਗੀ। ਚੋਣਾਂ ਬਿਲਕੁਲ ਐਲਾਨ ਹੋਣ ਦੇ ਕਗਾਰ ਤੇ ਖੜੀਆਂ ਨੇ, ਕਿਸੇ ਵੀ ਵਕਤ ਪਹਿਲੇ ਹਫ਼ਤੇ ਜਨਵਰੀ 'ਚ। ਤੇ ਦੂਸਰੇ ਪਾਸੇ ਇਸ ਤਰ੍ਹਾਂ ਦਾ ਬਿਲਕੁਲ ਅਖੀਰ ਤੇ ਆ ਕੇ ਕਾਂਗਰਸ ਸਰਕਾਰ ਫੈਸਲਾ ਲੈਂਦੀ ਆ। ਸੋ ਮੈਨੂੰ ਲੱਗਦਾ ਇਹਦੇ ਨਾਲ ਭੁਚਾਲ ਆਏਗਾ। ਔਰ ਕੱਲੀਆਂ ਦੋ ਧਿਰਾਂ ਦਾ ਨਾ ਤੁਸੀਂ ਸੋਚੋ, ਇਹਦੇ 'ਚ ਭਾਰਤੀ ਜਨਤਾ ਪਾਰਟੀ ਉਹ ਵੀ ਛਾਲ ਮਾਰੂਗੀ, ਉਹ ਵੀ ਕੁੱਦੂਗੀ, ਤੇ ਨਾਲ ਆਮ ਆਦਮੀ ਪਾਰਟੀ ਉਹ ਵੀ ਆਪਣੀ ਸਿਆਸਤ ਨੂੰ ਲੈ ਕੇ ਇਸ ਵਿੱਚ ਆਏਗੀ। ਸੋ ਬਹੁਤ ਸਾਰੀਆਂ ਗੱਲਾਂ ਹੋਣਗੀਆਂ ਆਉਣ ਵਾਲੇ ਦਿਨਾਂ ਦੇ ਵਿੱਚ। ਸਾਨੂੰ ਇਹਨਾਂ ਸਾਰੀਆਂ ਜਿਹੜੀਆਂ ਸਿਆਸੀ ਮਸਲਾ ਜਿਹੜਾ ਬਹੁਤ ਭਖ ਜਾਏਗਾ। ਦੇਖਾਂਗੇ ਕਿ ਕੀ ਕਰਵਟ ਲੈਂਦੀ ਹੈ ਸਿਆਸਤ। ਪਰ ਲੇਕਿਨ ਇੱਕ ਗੱਲ ਜ਼ਰੂਰ ਆ ਕਿ ਹੁਣ ਜਿਹੜੀ ਸਿਆਸਤ ਆ, ਇੱਕੋ ਦਮ ਜਿਹੜਾ ਉਹ ਰੰਗ ਬਦਲੇਗੀ। ਔਰ ਅੱਜ ਹੀ ਤੁਹਾਨੂੰ ਪੂਰੇ ਦਿਨ ਦੇ ਵਿੱਚ ਇਸ ਦਾ ਜਿਹੜਾ ਰੰਗ ਆ ਉਹ ਨਜ਼ਰ ਆਏਗਾ। ਆਖਰੀ ਸਵਾਲ ਹੈ, ਅੱਜ ਹੀ ਡੀਜੀਪੀ ਚਟੋਪਾਧਿਆਏ ਸਾਹਿਬ ਦਾ ਦਿੱਲੀ ਦੇ ਵਿੱਚ ਜਿਹੜਾ UPSC ਵੱਲੋਂ ਕੀਤੀ ਜਾਣੀ ਸੀ ਸਮੀਖਿਆ ਕਿ ਪੈਨਲ ਕੌਣ ਹੋਊਗਾ, ਉਹ 3 ਨਾਂ ਕਿਹੜੇ ਪੰਜਾਬ ਸਰਕਾਰ ਨੂੰ ਭੇਜੇ ਜਾਣੇ, ਜਿਨ੍ਹਾਂ ਦੇ ਵਿੱਚੋਂ ਉਹਨਾਂ ਨੇ ਨਵਾਂ ਡੀਜੀਪੀ ਚੁਣਨਾ। ਮੈਨੂੰ ਇੰਝ ਲੱਗਦਾ ਕਿ ਬੀਜੇਪੀ ਜਾਂ ਕੇਂਦਰ ਜਿਹਨੂੰ ਕਹਿੰਦੇ ਆ, ਸਾਈਡ ਤੇ ਬਹਿ ਕੇ ਇਸ ਗੱਲ ਨੂੰ ਨੀਚ ਨਾ ਵੇਖੂਗਾ, ਜਿਹਨੂੰ ਕਹਿੰਦੇ ਤਮਾਸ਼ਾ ਵੇਖਣਾ। ਸ਼ਾਇਦ ਅੱਜ ਵਾਲੀ ਮੀਟਿੰਗ ਟਲ ਜੇ ਟਲੀ ਨਾ ਤਾਂ ਮੀਟਿੰਗ ਹੋਣ ਤੋਂ ਬਾਅਦ ਇੱਕ ਨਵੀਂ ਮੀਟਿੰਗ ਰੱਖ ਲਈ ਜਾਵੇ ਹੋਰ ਫਰਦਰ ਡਿਸਕਸ ਕਰਨ ਲਈ। ਸ਼ਾਇਦ ਅੱਜ ਫੈਸਲਾ ਨਾ ਆਵੇ, ਲੇਕਿਨ ਸ਼ਾਇਦ ਸ਼ਬਦ ਤਾਂ ਮੈਂ ਵਰਤ ਰਿਹਾ ਕਿਉਂਕਿ ਉਹ ਜਿਹੜੀ ਕੱਟ ਆਫ ਦੀ ਗੱਲ ਆ 5 ਸਤੰਬਰ ਵਾਲੀ, 30 ਸਤੰਬਰ 5 ਅਕਤੂਬਰ ਵਾਲੀ, ਉਹ ਵੀ ਵਿੱਚ ਫਸੀ ਆ। ਪੰਜਾਬ ਸਰਕਾਰ ਨੇ ਕੱਲ ਇੱਕ ਪੱਤਰ ਭੇਜਿਆ UPSC ਨੂੰ ਕਿ ਤੁਸੀਂ 30 ਸਤੰਬਰ ਵਾਲੀ ਸਾਡੀ ਲਿਸਟ ਨੂੰ ਹੀ ਫਾਈਨਲ ਮੰਨੋ। ਲੇਕਿਨ ਇਹ ਵੀ ਸਵਾਲ ਆ ਕਿ BJP ਜਾਂ ਕੇਂਦਰ ਇਹ ਚਾਹੂਗਾ UPSC ਦੇ ਥਰੂ, ਉਹ UPSC ਦਾ ਮਤਲਬ ਉਹਨਾਂ ਦੇ ਆਪਣੇ ਨੁਮਾਇੰਦੇ ਜਿਹੜੇ ਉੱਥੇ ਜਾਣਗੇ ਮੀਟਿੰਗ 'ਚ। ਹੋ ਸਕਦਾ ਅੱਜ ਕੱਲ ਤਾਂ ਇਹ ਸਾਰੀਆਂ ਵੀਡੀਓ ਕਾਨਫਰੰਸਿੰਗ ਰਾਹੀਂ ਹੁੰਦੀਆਂ ਨੇ, ਚੰਡੀਗੜ੍ਹੋਂ ਵੀ 2 ਵੱਡੇ ਅਧਿਕਾਰੀ ਸ਼ਾਮਲ ਹੋਣਗੇ। DGP ਸਾਹਿਬ ਨੂੰ, ਚਟੋਪਾਧਿਆਏ ਸਾਹਿਬ ਨੂੰ ਇੱਕ ਮੌਕਾ ਸ਼ਾਇਦ ਇਸ ਨਜ਼ਰੀਏ ਤੋਂ ਅੱਗੇ ਵਧਣ ਦਾ ਮਿਲ ਰਿਹਾ। ਮੈਨੂੰ ਇੰਝ ਲੱਗਦਾ ਹੈ ਕਿ ਇਹ ਵੀ ਦਿਲਚਸਪ ਹੋਊਗਾ ਕਿ ਜੇ ਅੱਜ ਕੋਈ ਉਲਟਾ ਫੈਸਲਾ ਆਉਂਦਾ ਤੇ ਉਹ ਪੰਜਾਬ ਦੀ ਸਿਆਸਤ ਨੂੰ ਕਿਵੇਂ ਪ੍ਰਭਾਵਿਤ ਤੇ ਪ੍ਰਭਾਸ਼ਿਤ ਕਰੇਗਾ। ਰੰਧਾਵਾ ਜੀ, ਦੇਖੋ ਇਹ ਗੱਲ ਬਿਲਕੁਲ ਠੀਕ ਹੈ ਕਿ ਜਿਹੜੀ ਪੰਜਾਬ ਸਰਕਾਰ ਆ ਉਹ ਚਾਹੂਗੀ, ਜੇ ਉਹਨਾਂ ਨੇ ਇੱਕ ਫੈਸਲਾ ਲਿਆ ਸਿਧਾਰਥ ਚਟੋਪਾਧਿਆਏ ਨੂੰ ਉਹਨਾਂ ਨੂੰ DGP ਬਣਾਉਣ ਦਾ, ਤੇ ਉਹ ਬਰਕਰਾਰ ਰਹਿਣ। ਕਿਉਂਕਿ ਕੋਈ ਵੀ ਨਵਾਂ ਅਫਸਰ ਆਊਗਾ, ਉਹ ਸਾਰੀ ਪੰਜਾਬ ਦੀ ਸਥਿਤੀ ਨੂੰ ਜੋ ਇਸ ਟਾਈਮ ਚੱਲ ਰਹੀ ਆ ਉਹਨੂੰ ਸਮਝਣ ਦੇ ਵਿੱਚ ਥੋੜਾ ਵਕਤ ਲੱਗੇਗਾ। UPSC ਲਈ ਇਹ ਕੋਈ ਮੰਨਣੀ ਵੱਡੀ ਗੱਲ ਨਹੀਂ ਆ।
ਉਹ ਜ਼ਰੂਰ ਕਹਿੰਦੇ ਤਕਨੀਕੀ ਤੌਰ ਤੇ ਸ਼ਾਇਦ ਉਹਨਾਂ ਲਈ ਹੋਏਗਾ ਕਿ ਤੁਸੀਂ, ਕਿਉਂਕਿ 4 ਅਕਤੂਬਰ ਤੱਕ ਦਿਨਕਰ ਗੁਪਤਾ ਸੀ, ਤੇ ਇਸ ਕਰਕੇ ਤੁਸੀਂ 5 ਅਕਤੂਬਰ ਨੂੰ ਮੰਨੋ। ਲੇਕਿਨ ਪੰਜਾਬ ਦਾ ਕਹਿਣਾ, ਪੰਜਾਬ ਸਰਕਾਰ ਦਾ, ਕਿ ਤੁਸੀਂ 30 ਸਤੰਬਰ ਨੂੰ ਹੀ ਕੱਟ ਆਫ ਡੇਟ ਮੰਨੋ, ਜਿਸ ਕਰਕੇ ਸਿਧਾਰਥ ਚਟੋਪਾਧਿਆਏ ਜਿਹੜੇ ਆ ਉਹ ਐਡਜਸਟ ਹੋ ਜਾਣ। ਦੇਖੋ, ਆਪਸ ਦੇ ਵਿੱਚ ਕੇਂਦਰ ਸਰਕਾਰ ਦੀ ਤੇ ਸੂਬਾ ਸਰਕਾਰਾਂ ਦੀ ਇਹਦੇ ਵਿੱਚ ਸਹਿਮਤੀ ਆਮ ਤੌਰ ਤੇ ਜਦੋਂ ਵੀ ਚੀਫ ਸੈਕਟਰੀ ਜਾਂ ਡੀਜੀਪੀ ਹੁੰਦਾ ਉਹ ਰਹਿੰਦੀ ਆ। ਸੋ ਇਹਦੇ ਵਿੱਚ ਵੀ ਸੰਭਾਵਨਾ ਬਣ ਸਕਦੀ ਆ, ਕੋਈ ਵੱਡੀ ਗੱਲ ਨਹੀਂ ਹੈ, ਲੇਕਿਨ ਆਪਸ ਦੇ ਵਿੱਚ ਤਲਖੀ ਵਿੱਚ ਨਹੀਂ, ਜੇ ਇੱਕ ਚੰਗੇ ਸਵਾਰਥ ਦੇ ਵਿੱਚ, ਚੰਗੇ ਆਪਸ ਦੇ ਮਾਹੌਲ ਦੇ ਵਿੱਚ ਗੱਲਬਾਤ ਹੋਵੇ ਤੇ ਇਸ ਮਸਲੇ ਨੂੰ ਕੋਈ ਬਹੁਤ ਵੱਡਾ ਮਸਲਾ ਨਹੀਂ ਹੈ, ਇਹਨੂੰ ਟਾਲਿਆ ਜਾ ਸਕਦਾ, ਇਹਨੂੰ ਅੱਗੇ ਵੀ ਪਾਇਆ ਜਾ ਸਕਦਾ। ਤੇ ਸਿਧਾਰਥ ਚਟੋਪਾਧਿਆਏ ਦੀ ਜਿਹੜੀ ਕੱਟ ਆਫ ਡੇਟ ਆ ਉਹ 30 ਸਤੰਬਰ ਕਰਕੇ ਉਹਨਾਂ ਨੂੰ ਬਰਕਰਾਰ ਰੱਖਿਆ ਵੀ ਜਾ ਸਕਦਾ ਹੈ। ਜੀ ਬਿਲਕੁਲ ਠੀਕ ਮਨਪ੍ਰੀਤ ਜੀ, ਆਪਾਂ ਦਿਨ ਭਰ ਇਸ ਮੁੱਦੇ ਨਾਲ ਜੁੜੇ ਰਵਾਂਗੇ। ਤੁਹਾਡੀਆਂ ਸਰਵਿਸਿਜ਼ ਸਾਡੇ ਕੋਲ ਨੇ ਨਾਲ ਇਸ ਮਾਮਲੇ 'ਚ। ਮੈਨੂੰ ਪਤਾ ਹੈ ਕਿ ਤੁਹਾਡੀ ਪੈਣੀ ਨਜ਼ਰ ਆ ਸੱਤਾ ਦੇ ਗਲਿਆਰਿਆਂ ਦੇ ਆਸ-ਪਾਸ, ਤੁਹਾਡੇ ਕੋਲ ਇਨਫੋਰਮੇਸ਼ਨ ਵੀ ਫਸਟ ਹੈਂਡ ਹੁੰਦੀ ਹੈ। ਤੇ ਮੈਨੂੰ ਇੰਝ ਲੱਗਦਾ ਕਿ ਅੱਜ ਬਹੁਤ ਉਲਟ-ਫੇਰ ਹੋਣ ਵਾਲੇ ਦਿਨ ਦੇ ਵਿੱਚ ਬਹੁਤ ਤੇਜ਼ੀ ਨਾਲ ਸਿਆਸਤ ਹੋਊਗੀ, ਔਰ ਗਾਲੀ ਗਲੋਚ ਤੱਕ ਵੀ ਜਾ ਸਕਦੀ ਹੈ। ਪੰਜਾਬ ਦੇ ਦ੍ਰਿਸ਼ ਨੂੰ ਤੁਸੀਂ ਗਰਮ ਹੁੰਦਾ ਵੇਖੋਗੇ। ਬਹੁਤ ਮਿਹਰਬਾਨੀ। ਬਹੁਤ ਬਹੁਤ ਧੰਨਵਾਦ ਰੰਧਾਵਾ ਜੀ।